ਤੁਹਾਡੇ ਵਿਚਾਰ ਅਧੀਨ ਇਹ ਮਾਮਲਾ ਕਿਵੇਂ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਪਰਮਾਣੂ ਮਸਲਾ ਆ ਇਹਦੇ ਵਿੱਚ ਪੰਜਾਬ ਨੁਕਸਾਨਿਆ ਕਿੱਥੇ ਜਾ ਰਿਹਾ? ਪਰਮਾਣੂ ਸ਼ਸਤਰ ਚਾਹੇ ਦਿੱਲੀ ਇਸਲਾਮਾਬਾਦ ਤੇ ਸੁੱਟੇ, ਚਾਹੇ ਇਸਲਾਮਾਬਾਦ ਦਿੱਲੀ ਤੇ ਸੁੱਟੇ, ਵਿੱਚ ਬਿਲਕੁਲ ਵਿਚਕਾਰ ਪੰਜਾਬ ਹੀ ਬੈਠਾ ਹੈ। ਸਾਡਾ ਫੋਰਨ ਅਫੇਅਰਸ ਮਿਨਿਸਟਰ ਜੈ ਸ਼ੰਕਰ ਗੱਲ ਕਰ ਰਿਹਾ ਹੈਗਾ ਕਿ ਅਸੀਂ ਭਾਰਤ ਦੇ ਅੰਦਰ ਵੈਪਨਸ ਆਫ ਮੈਸ ਡਿਸਟਰਕਸ਼ਨ ਦਾ ਬਿੱਲ ਪਾਸ ਕਰ ਰਹੇ ਹਾਂ। ਅਸਲੀਅਤ ਤਾਂ ਇਹ ਹੈ ਕਿ ਇਹ ਕੋਈ ਇਕੱਲਾ ਬੰਦਾ ਵੈਪਨਸ ਆਫ ਮੈਸ ਡਿਸਟਰਕਸ਼ਨ ਬਣਾਉਣ 'ਚ ਬਹੁਤ ਮੁਸ਼ਕਿਲ ਆਉਂਦੀ ਹੈ। ਇਹ ਸਟੇਟਾਂ ਦੇ ਹੱਥ 'ਚ ਹੁੰਦੇ ਹੈਗੇ ਆ ਔਰ ਸਾਨੂੰ ਖਤਰਾ ਹੈਗਾ ਇੰਡੀਆ ਤੇ ਪਾਕਿਸਤਾਨ ਤੇ ਚੀਨ ਦੀ ਜੰਗ ਦਾ। ਇਹਦੇ ਨਾਲ ਪੰਜਾਬ ਤਬਾਹ ਹੋ ਸਕਦਾ ਹੈਗਾ। ਇਹਦੇ ਨਾਲ ਮੰਨ ਲਓ ਜਿਸ ਤਰ੍ਹਾਂ ਦੇ ਤਣਾਅਪੂਰਨ ਹਾਲਾਤ ਭਾਰਤ ਦੇ ਰਹਿੰਦੇ ਨੇ ਸਰਹੱਦਾਂ ਦੇ ਉੱਤੇ, ਜੇਕਰ ਭਵਿੱਖ ਦੇ ਵਿੱਚ ਜੰਗ ਲੱਗਦੀ ਹੈ ਤਾਂ ਉਸ ਦੇ ਵਿੱਚ ਨਿਊਕਲੀਅਰ ਹਥਿਆਰ ਵਰਤੇ ਜਾਂਦੇ ਨੇ ਤਾਂ ਪੰਜਾਬ ਕਿਵੇਂ ਨੁਕਸਾਨਿਆ ਜਾਂਦਾ? ਚੀਨ ਦੀਆਂ ਜਿਹੜੀਆਂ ਸਰਹੱਦਾਂ ਨੇ ਤਾਂ ਹੋਰ ਪਾਸੇ ਲੱਗਦੀਆਂ, ਨੇਪਾਲ ਵਾਲੇ ਬਾਰਡਰ ਵਾਲੇ ਪਾਸੇ, ਜਿਹੜੀਆਂ ਉੱਤਰਾਖੰਡ ਵਾਲੇ ਪਾਸੇ ਲੱਗਦੀਆਂ। ਜੇ ਦਿੱਲੀ ਨੂੰ ਵੀ ਬੰਬ ਮਾਰ ਦੇਣ ਤੇ ਇੱਥੋਂ ਬਰਸਾਤਾਂ ਦੀ ਹਵਾ ਉੱਥੋਂ ਲੈ ਕੇ ਆ ਜਾਣ ਇੱਧਰ, ਸਾਡੀ ਜੰਪਾਲ ਨੂੰ ਖਤਰਾ ਪੈ ਜਾਂਦਾ ਹੈ। ਉਹਦੇ ਵਿੱਚ ਨਿਊਕਲੀਅਰ ਰੇਡੀਏਸ਼ਨ ਆ ਜਾਂਦੀ ਹੈ, ਜੈਨੇਟਿਕਸ 'ਚ ਫਰਕ ਪੈ ਜਾਂਦਾ ਹੈਗਾ। ਸਾਡੀ ਲੁਧਿਆਣਾ ਇੱਕ ਅਹਿਮ ਸਿਟੀ ਹੈ, ਉਹਨੂੰ ਬਰਬਾਦ ਕਰਨ ਵਾਸਤੇ ਚੀਨ ਇੱਥੇ ਵੀ ਬੰਬ ਸੁੱਟ ਸਕਦਾ ਹੈਗਾ। ਤੇ ਤੁਸੀਂ ਇਹ ਵੀ ਦੇਖੋ ਜਿਹੜੀ ਆਰਮੀ ਹੈ ਸਭ ਤੋਂ ਜ਼ਿਆਦਾ ਪੰਜਾਬ 'ਚ ਬੈਠੀ ਹੈ। ਜੇ ਉਹਨਾਂ ਨੇ ਬੰਬਾਂ ਰਾਹੀਂ ਆਰਮੀ ਨੂੰ ਖਤਮ ਕਰਨਾ ਹੈ ਤਾਂ ਇੱਥੇ ਹੀ ਪੰਜਾਬ ਦੇ ਵਿੱਚ ਹੀ ਸੁੱਟੂਗਾ ਉਹ ਗੋਲੇ। ਪਾਕਿਸਤਾਨ ਦੇ ਨਾਲ ਬਾਰਡਰ ਰਾਜਸਥਾਨ ਦਾ ਵੱਡਾ ਬਾਰਡਰ ਲੱਗਦਾ ਹੈ, ਮਾਰੂਥਲੀ ਏਰੀਆ, ਉਸ ਥਾਂ ਦੇ ਉੱਤੇ ਵੀ ਜੰਗਾਂ ਲੜੀ ਜਾਂਦੀਆਂ। ਤੁਹਾਨੂੰ ਕਿਉਂ ਲੱਗਦਾ ਕਿ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਜੰਗ ਲੜਨ ਵਾਲੀ ਥਾਂ ਵਾਸਤੇ? ਹਿਸਟੋਰੀਕਲੀ ਵੀ ਇੱਧਰ ਹੀ ਜੰਗਾਂ ਲੜੀਆਂ ਗਈਆਂ, ਇੱਥੇ ਹੀ ਮਾਹੌਲ ਇਹੋ ਜਿਹਾ ਹੁੰਦਾ ਹੈਗਾ ਜਿਹਦੇ ਵਿੱਚ ਨੁਕਸਾਨ ਹੋ ਸਕਦਾ ਹੈਗਾ। ਸਥਿਤੀਆਂ ਦੇ ਹਿਸਾਬ ਨਾਲ ਪੰਜਾਬ ਸਭ ਤੋਂ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਦੋਨੇ ਦੇਸ਼ਾਂ, ਔਰ ਇੱਥੇ ਆਬਾਦੀ ਵੀ ਸਭ ਤੋਂ ਜ਼ਿਆਦਾ ਹੈ। ਜਿਹੜੇ ਨਿਊਕਲੀਅਰ ਹਥਿਆਰ ਨੇ ਉਹਨਾਂ ਨੂੰ ਕਈ ਹੋਰ ਢੰਗਾਂ ਨਾਲ ਵੀ ਵਰਤਿਆ ਜਾਂਦਾ, ਜਿਵੇਂ ਤੁਸੀਂ ਕਿਹਾ ਕਿ ਜੈਨੇਟਿਕ ਬਦਲੇ ਜਾਂਦੇ ਨੇ, ਬੜੇ ਮਾਮੂਲੀ ਜੇ ਉਹਨਾਂ ਦੀ ਮਾਤਰਾ ਯੂਜ਼ ਕਰਨ ਦੇ ਨਾਲ ਵੀ ਬੜਾ ਵੱਡਾ ਜਿਹੜਾ ਨੁਕਸਾਨ ਉਹ ਕੀਤਾ ਜਾ ਸਕਦਾ। ਪਾਣੀਆਂ ਦੇ ਵਿੱਚ ਰਲਾ ਕੇ ਕੀਤਾ ਜਾ ਸਕਦਾ, ਧਰਤੀਆਂ ਖਾਦਾਂ ਰਾਹੀਂ ਰਲਾ ਕੇ ਵੀ ਇੱਕ ਵੱਡਾ ਜਿਹੜਾ ਨੁਕਸਾਨ ਹੈ ਉਹ ਵੀ ਉਹਨਾਂ ਦਾ ਕੀਤਾ ਜਾ ਸਕਦਾ। ਇਹੋ ਜਿਹਾ ਕੰਮ ਹੋਣਾ ਮੇਰਾ ਖਿਆਲ ਸੰਭਵ ਤਾਂ ਹੋ ਸਕਦਾ ਹੈ, ਉਹਦੇ ਲਈ ਅਸੀਂ ਚਿੰਤਕ ਹੈਗੇ। ਪਰ ਜਿਹੜਾ ਜੰਗ ਰਾਹੀਂ ਨੁਕਸਾਨ ਹੋ ਸਕਦਾ ਹੈਗਾ ਉਹ ਤਾਂ ਖੁੱਲ੍ਹੇ ਤੇ ਸ਼ਰੇਆਮ ਹੈ, ਤੇ ਉਹਦੇ ਬਾਰੇ ਅਸੀਂ ਅੱਜ ਪ੍ਰੇਰਿਤ ਕਰਨ ਆਏ ਹਾਂ। ਜੰਗਾਂ ਦਾ ਜਿਹੜਾ ਵਿਰੋਧ ਹੈ ਜਾਂ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਵਿਰੋਧ ਹੈ, ਉਸ ਗੱਲ ਦੇ ਉੱਤੇ ਬਾਕੀ ਪਾਰਟੀਆਂ ਨੂੰ ਕੀ ਹੈ ਲੈ ਕੇ ਚੱਲੋਗੇ ਨਾਲ? ਉਹਨਾਂ ਨੂੰ ਵੀ ਪਹੁੰਚ ਕਰ ਰਹੇ ਹੋ ਕਿ ਉਹ ਵੀ ਤੁਹਾਡੀ ਇਸ ਮੁਹਿੰਮ ਦੇ ਹਿੱਸਾ ਬਣ? ਪੰਜਾਬ ਦੇ ਵਾਸੀਆਂ ਨੂੰ ਇਸ ਮੁੱਦੇ ਤੇ ਪ੍ਰੇਰਿਤ ਕਰ ਰਹੇ ਹਾਂ ਔਰ ਸਾਨੂੰ ਆਸ ਹੈ ਕਿ ਜਦ ਪੰਜਾਬ ਦਾ ਵੋਟਰ ਜਾਗਰੂਕ ਹੋ ਜਾਊਗਾ ਇਸ ਮੁੱਦੇ ਤੇ, ਉਹਨੇ ਫਿਰ ਆਪਣੇ ਸਿਆਸਤਦਾਨਾਂ ਨੂੰ ਪੁੱਛਣਾ ਹੈਗਾ ਕਿ ਇਹਦੇ ਉੱਤੇ ਤੁਸੀਂ ਕੀ ਕਰ ਰਹੇ ਹੈਗੇ ਹੋ। ਔਰ ਇਹ ਪੰਜਾਬ ਵਾਸਤੇ ਇੱਕ ਅਹਿਮ ਮੁੱਦਾ ਹੈ ਤੇ ਇਸ ਲਈ ਅਸੀਂ ਇਹਨੂੰ ਚੱਕ ਰਹੇ ਹਾਂ। ਪੰਜਾਬ KTV ਦੇਖ ਰਹੇ ਹੋ, ਮੈਂ ਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ। ਜਦੋਂ ਦੇ ਨਿਊਕਲੀਅਰ ਹਥਿਆਰ ਹੋਣ ਦੇ ਵਿੱਚ ਆਏ ਨੇ ਉਦੋਂ ਤੋਂ ਹੀ ਇਹਨਾਂ ਦੇ ਨਾਲ ਹੋਣ ਵਾਲੀ ਤਬਾਹੀ ਦੇ ਆਸ਼ੰਕੇ ਲਗਾਏ ਜਾਂਦੇ ਨੇ। ਜਾਪਾਨ ਦੇ ਵਿੱਚ ਜੋ ਕੁਝ ਹੋਇਆ ਉਹ ਇੱਕ ਉਦਾਹਰਨਾਂ ਨੇ ਕਿ ਇੱਕ ਮਿਨੀ ਨਿਊਕਲੀਅਰ ਬੰਬ ਕੀ ਕੁਝ ਕਰ ਸਕਦੇ ਨੇ ਤੇ ਵੱਡੇ ਵਿਨਾਸ਼ਕਾਰੀ ਜਿਹੜੇ ਨਿਊਕਲੀਅਰ ਹਥਿਆਰ ਨੇ ਉਹ ਦੁਨੀਆ ਉੱਤੇ ਕਿੱਡੀ ਭਾਰੀ ਤਬਾਹੀ ਲਿਆ ਸਕਦੇ ਨੇ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਰਤ, ਪਾਕਿਸਤਾਨ ਅਤੇ ਚੀਨ ਦੇ ਨਾਲ ਹੋਣ ਵਾਲੀਆਂ ਜੰਗਾਂ ਨੂੰ ਇਹ ਕਹਿੰਦੇ ਨੇ ਕਿ ਪੰਜਾਬ ਜੰਗਾਂ ਦਾ ਥਾਂ ਬਣਦਾ ਰਿਹਾ। ਇਸ ਕਰਕੇ ਭਾਰਤ ਜਾਂ ਪਾਕਿਸਤਾਨ ਦੇ ਜਿਹੜੇ ਪਰਮਾਣੂ ਸੰਬੰਧ ਨੇ ਉਹਨਾਂ ਨੂੰ ਮੁੜ ਤੋਂ ਉਲੀਕਿਆ ਜਾਣਾ ਚਾਹੀਦਾ, ਇੱਕ ਵਾਰ ਮੁੜ ਤੋਂ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤੇ ਪੰਜਾਬ ਨੂੰ ਪਰਮਾਣੂ ਮੁਕਤ ਧਰਤੀ ਬਣਾਇਆ ਜਾਣਾ ਚਾਹੀਦਾ। ਸਾਡੇ ਨਾਲ ਸਰਦਾਰ ਇਮਾਨ ਸਿੰਘ ਮਾਨ ਜੀ ਮੌਜੂਦ ਨੇ, ਗੱਲਬਾਤ ਕਰਾਂਗੇ, ਪੂਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੂਰਾ ਮਸਲਾ ਵੀ ਕੀ ਹੈ, ਕੀ ਮੰਗ ਕਰ ਰਹੇ ਨੇ ਤੇ ਆਖਰ ਇਹਨਾਂ ਪਰਮਾਣੂ ਹਥਿਆਰਾਂ ਦੇ ਨਾਲ ਪੰਜਾਬ ਕਿਵੇਂ ਨੁਕਸਾਨਿਆ ਜਾ ਰਿਹਾ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜੋ ਮਾਮਲਾ ਹੈ ਤੁਹਾਡੇ ਵਿਚਾਰ ਅਧੀਨ ਇਹ ਮਾਮਲਾ ਕਿਵੇਂ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਪਰਮਾਣੂ ਮਸਲਾ ਆ ਇਹਦੇ ਵਿੱਚ ਪੰਜਾਬ ਨੁਕਸਾਨਿਆ ਕਿੱਥੇ ਜਾ ਰਿਹਾ? ਪਰਮਾਣੂ ਸ਼ਸਤਰ ਚਾਹੇ ਦਿੱਲੀ ਇਸਲਾਮਾਬਾਦ ਤੇ ਸੁੱਟੇ, ਚਾਹੇ ਇਸਲਾਮਾਬਾਦ ਦਿੱਲੀ ਤੇ ਸੁੱਟੇ, ਵਿੱਚ ਬਿਲਕੁਲ ਵਿਚਕਾਰ ਪੰਜਾਬ ਹੀ ਬੈਠਾ ਹੈ। ਔਰ ਜਿਹੜੀਆਂ ਹਵਾ ਚੱਲਦੀਆਂ ਸਿਆਲ 'ਚ ਵੈਸਟਰਨ ਡਿਸਟਰਬੈਂਸਿਸ ਆਉਂਦੇ ਹੈ ਤੇ ਹੁਣ ਮੌਨਸੂਨ 'ਚ ਥੱਲਿਓਂ ਹਵਾ ਇੱਧਰ ਨੂੰ ਆਉਂਦੀ ਹੈ, ਇਹ ਸਾਰਾ ਕੁਛ ਆ ਕੇ ਪੰਜਾਬ ਦੇ ਉੱਤੇ ਪ੍ਰਦੂਸ਼ਣ ਸੁੱਟਿਆ ਜਾਂਦਾ ਹੈ। ਪਰਮਾਣੂ ਜੰਗ ਦਾ ਸਭ ਤੋਂ ਵੱਡਾ ਮੈਦਾਨ ਅੱਜ ਇੰਡੀਆ ਪਾਕਿਸਤਾਨ ਦਾ ਬਾਰਡਰ ਪੰਜਾਬ ਦੇ ਵਿੱਚ ਜਿਹੜਾ ਹੈ, ਉੱਥੇ ਮਾਹੌਲ ਬਣਦਾ ਹੈਗਾ। ਕਦੀ ਬ੍ਰਹਮੋਸ ਮਿਸਾਈਲ ਸੁੱਟਿਆ ਜਾਂਦਾ ਹੈ, ਕਦੀ ਜਹਾਜ਼ਾਂ ਨਾਲ ਹਮਲੇ ਕੀਤੇ ਜਾਂਦੇ ਹੈ,
ਜਿਹਦੇ ਨਾਲ ਇੱਕ ਮਾਹੌਲ ਜੰਗ ਦਾ ਬਣ ਕੇ ਪੰਜਾਬ ਦੇ ਵਾਸੀ ਬਾਰਡਰਾਂ ਤੋਂ ਉੱਠ ਕੇ ਅੰਦਰ ਨੂੰ ਆ ਜਾਂਦੇ ਹੈਗੇ ਆ। ਜਿੱਥੇ ਪਰਮਾਣੂ ਸ਼ਸਤਰ ਚੱਲ ਗਿਆ ਉੱਥੇ ਨਾ ਤਾਂ ਕੋਈ ਸਿਹਤ ਸੇਵਾਵਾਂ ਦਾ ਕੰਮ ਮਰੀਜ਼ਾਂ ਨੂੰ ਕਰ ਸਕਦੇ ਹੋ, ਨਾ ਉੱਥੇ ਤੁਸੀਂ ਕੋਈ ਆਪਣੀ ਫਸਲਬਾੜੀ ਅੱਗੇ ਉਹ ਹੋਣੀ ਹੈਗੀ ਹੈ, ਉਹਦੇ ਵਿੱਚ ਨੁਕਸਾਨ ਹਰੇਕ ਪੱਧਰ ਦਾ ਹੋ ਜਾਂਦਾ ਹੈਗਾ। ਸੋ ਅੱਜ ਜਦ ਸਾਡਾ ਫੋਰਨ ਅਫੇਅਰਸ ਮਿਨਿਸਟਰ ਜੈ ਸ਼ੰਕਰ ਗੱਲ ਕਰ ਰਿਹਾ ਹੈਗਾ ਕਿ ਅਸੀਂ ਭਾਰਤ ਦੇ ਅੰਦਰ ਵੈਪਨਸ ਆਫ ਮੈਸ ਡਿਸਟਰਕਸ਼ਨ ਦਾ ਬਿੱਲ ਪਾਸ ਕਰ ਰਹੇ ਹਾਂ, ਅਸਲੀਅਤ ਤਾਂ ਇਹ ਹੈ ਕਿ ਇਹ ਕੋਈ ਇਕੱਲਾ ਬੰਦਾ ਵੈਪਨਸ ਆਫ ਮੈਸ ਡਿਸਟਰਕਸ਼ਨ ਬਣਾਉਣ 'ਚ ਬਹੁਤ ਮੁਸ਼ਕਿਲ ਆਉਂਦੀ ਹੈ। ਅਸਲ ਵੈਪਨਸ ਆਫ ਮੈਸ ਡਿਸਟਰਕਸ਼ਨ ਪਰਮਾਣੂ ਸ਼ਸਤਰ ਵਗੈਰਾ ਇਹ ਸਟੇਟਾਂ ਦੇ ਹੱਥ 'ਚ ਹੁੰਦੇ ਹੈਗੇ ਆ, ਔਰ ਸਾਨੂੰ ਖਤਰਾ ਹੈਗਾ ਇੰਡੀਆ ਤੇ ਪਾਕਿਸਤਾਨ ਤੇ ਚੀਨ ਦੀ ਜੰਗ ਦਾ। ਇਹਦੇ ਨਾਲ ਪੰਜਾਬ ਤਬਾਹ ਹੋ ਸਕਦਾ ਹੈਗਾ। ਔਰ ਜੈ ਸ਼ੰਕਰ ਨੂੰ ਜਾ ਕੇ ਯੂਨਾਈਟਿਡ ਨੇਸ਼ਨ 'ਚ ਹੁਣ ਚੱਲ ਰਹੀ ਹੈ ਨਿਊਕਲੀਅਰ ਪ੍ਰੋਲੀਫਰੇਸ਼ਨ ਨਾਨ ਪ੍ਰੋਲੀਫਰੇਸ਼ਨ ਟਰੀਟੀ ਦਾ ਕੰਮ, ਉੱਥੇ ਜਾ ਕੇ ਬੈਠ ਕੇ ਕੰਮ ਕਰਨਾ ਚਾਹੀਦਾ ਹੈ। ਨਿਊਕਲੀਅਰ ਵੈਪਨਸ ਤੇ ਬੈਨ ਲਾਉਣ ਵਾਸਤੇ ਉਹਨੂੰ ਕੰਮ ਕਰਨਾ ਚਾਹੀਦਾ ਹੈ। ਆਪਸ 'ਚ ਵਪਾਰ ਵਧਾਉਣ ਇੰਡੀਆ ਪਾਕਿਸਤਾਨ ਦਾ ਕੰਮ ਕਰਨਾ ਚਾਹੀਦਾ, ਜੋ ਕੰਮ ਫੋਰਨ ਮਿਨਿਸਟਰ ਦੇ ਹੁੰਦੇ ਹੈ। ਪਰ ਉਹ ਇੱਥੇ ਬੈਠ ਕੇ ਉਸ ਕਾਨੂੰਨ 'ਚ ਵਾਧਾ ਕਰ ਰਿਹਾ ਹੈ ਕਿ ਜਿਹੜਾ ਫਾਈਨੈਂਸ ਕਰੇ ਇੱਕ ਇਕੱਲਾ ਬੰਦਾ, ਉਹਦੇ ਉੱਤੇ ਪਾਬੰਦੀਆਂ ਤੇ ਕ੍ਰਿਮੀਨਲ ਬਣਾ ਰਿਹਾ ਹੈਗਾ। ਉਹ ਆਪਣੇ ਆਪ 'ਚ ਠੀਕ ਹੈ, ਪਰ ਅਸਲ ਕੰਮ ਫੋਰਨ ਮਿਨਿਸਟਰ ਦਾ ਹੈਗਾ ਸਟੇਟਾਂ ਦੇ ਵਿੱਚ ਜਾ ਕੇ ਇਸ ਖਤਰੇ ਨੂੰ ਘਟਾਉਣਾ। ਜਿਸ ਤੱਕ ਨਾ ਤੁਸੀਂ ਆਖਿਆ ਕਿ ਪੰਜਾਬ ਉਹ ਜਿਹੜੀ ਖਤਰੇ ਵਾਲੀ ਜਗ੍ਹਾ ਉਹ ਬਣਦਾ ਰਹਿੰਦਾ, ਪਰ ਪਾਕਿਸਤਾਨ ਦੇ ਨਾਲ ਬਾਰਡਰ ਰਾਜਸਥਾਨ ਦਾ ਵੱਡਾ ਬਾਰਡਰ ਲੱਗਦਾ ਹੈ, ਮਾਰੂਥਲੀ ਏਰੀਆ, ਉਸ ਥਾਂ ਦੇ ਉੱਤੇ ਵੀ ਜੰਗਾਂ ਲੜੀ ਜਾਂਦੀਆਂ। ਤੁਹਾਨੂੰ ਕਿਉਂ ਲੱਗਦਾ ਕਿ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਜੰਗ ਲੜਨ ਵਾਲੀ ਥਾਂ ਵਾਸਤੇ? ਆਬਾਦੀ ਇੱਥੇ ਹੈ, ਨਾਲੇ ਜਿਹੜਾ ਸਭ ਤੋਂ ਛੋਟਾ ਹਿੱਸਾ ਭਾਰਤ ਦਾ ਹੈਗਾ ਉਹ ਜੰਮੂ ਦਾ, ਜਿਹੜਾ ਜਿਹਨੂੰ ਕਹਿੰਦੇ ਆ ਕਿ ਜਿੱਥੇ ਮੁਰਗੀ ਦੀ ਧੌਣ ਜਿਹਨੂੰ ਕਹਿੰਦੇ ਆ, ਛੋਟਾ ਜਿਹਾ ਇਲਾਕਾ ਹੈਗਾ। ਜੇ ਉੱਥੋਂ ਕੱਟ ਦੇਣ ਤਾਂ ਕਸ਼ਮੀਰ ਵੱਖਰਾ ਹੋ ਜਾਂਦਾ ਹੈਗਾ। ਸੋ ਹਿਸਟੋਰਿਕਲੀ ਵੀ ਇੱਧਰ ਹੀ ਜੰਗਾਂ ਲੜੀਆਂ ਗਈਆਂ, ਇੱਥੇ ਹੀ ਮਾਹੌਲ ਇਹੋ ਜਿਹਾ ਹੁੰਦਾ ਹੈਗਾ ਜਿਹਦੇ ਵਿੱਚ ਨੁਕਸਾਨ ਹੋ ਸਕਦਾ ਹੈਗਾ। ਭੂਗੋਲਿਕ ਸਥਿਤੀਆਂ ਦੇ ਹਿਸਾਬ ਨਾਲ ਪੰਜਾਬ ਸਭ ਤੋਂ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਦੋਨੇ ਦੇਸ਼ਾਂ, ਔਰ ਇੱਥੇ ਆਬਾਦੀ ਵੀ ਸਭ ਤੋਂ ਜ਼ਿਆਦਾ ਹੈ। ਜਿਹੜਾ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਹੈ, ਜਿਹੜਾ ਨਿਸ਼ਾਨਾ ਪਾਕਿਸਤਾਨ ਰੱਖੂਗਾ ਨੁਕਸਾਨ ਕਰਨ ਦਾ, ਉਹ ਪੰਜਾਬ ਦੀਆਂ ਜਿਹੜੀਆਂ ਸਿਟੀਜ਼ ਹੈ, ਇਸੇ ਤਰ੍ਹਾਂ ਜਿਹੜਾ ਭਾਰਤ ਪੰਜਾਬ ਨੂੰ, ਉੱਧਰਲੇ ਪੰਜਾਬ ਨੂੰ, ਲਾਹੌਰ, ਹੋਰ ਪੰਜਾਬ ਦੀਆਂ ਜਿਹੜੀਆਂ ਉੱਥੇ ਸਿਟੀਜ਼ ਹੈ, ਉਹਦੇ ਉੱਤੇ ਨਿਗਾਹ ਰੱਖੂਗਾ ਕਿ ਉੱਥੇ ਨੁਕਸਾਨ ਕਰੀਏ ਦੁਸ਼ਮਣ ਦਾ। ਸਭ ਤੋਂ ਜ਼ਿਆਦਾ ਨੁਕਸਾਨ ਕਿੱਥੇ ਹੋਗਾ? ਜੋ ਪੰਜਾਬ ਦੇ ਸ਼ਹਿਰ ਹੀ ਇਹਦੇ ਵਿੱਚ ਆਉਂਦੇ ਆ ਸ਼ਿਕਾਰ। ਤੁਹਾਨੂੰ ਕੀ ਲੱਗਦਾ ਕਿ ਸਟੇਟਾਂ ਦੇ ਕੋਲ ਜਾਂ ਦੇਸ਼ਾਂ ਦੇ ਕੋਲ ਨਿਊਕਲੀਅਰ ਹਥਿਆਰ ਵਰਗੀਆਂ ਪਾਵਰਾਂ ਹੋਣੀਆਂ ਚਾਹੀਦੀਆਂ ਨੇ, ਜਾਂ ਕਿਸੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਇਹਨਾਂ ਪਾਵਰਾਂ ਨੂੰ ਖਤਮ ਕਰ ਲੈਣਾ ਚਾਹੀਦਾ? ਸਾਡੀ ਮੰਗ ਇਹ ਹੈ ਕਿ ਨਿਊਕਲੀਅਰ ਫ੍ਰੀ ਵਰਲਡ ਹੋਣਾ ਚਾਹੀਦਾ ਹੈ ਬੰਬਾਂ ਤੋਂ, ਔਰ ਇਹਦੇ ਨਾਲ ਇੱਕ ਇਹੋ ਜਿਹਾ ਮਨੁੱਖਤਾ ਦੇ ਉੱਤੇ ਇੱਕ ਖਤਰਾ ਪੈਦਾ ਹੁੰਦਾ ਹੈ ਜਿਹਦੇ ਨਾਲ ਸਾਡਾ ਸਾਰਿਆਂ ਦਾ ਬਸਣ ਦਾ ਉਰੇ ਇੱਕ ਬਹੁਤ ਵੱਡਾ ਖਤਰਾ ਪੈਦਾ ਹੁੰਦਾ ਹੈਗਾ। ਵੱਡੀਆਂ ਤਾਕਤਾਂ ਇਸ ਮਾਮਲੇ ਦੇ ਵਿੱਚ ਨਹੀਂ ਮੰਨਦੀਆਂ ਹੈਗੀਆਂ। ਅਮਰੀਕਾ ਨੇ ਗੈਰ ਜਿਹੜੇ ਉਹ ਨਿਊਕਲੀਅਰ ਹਥਿਆਰਾਂ ਵਰਗੇ ਮੁਲਕ ਨੇ, ਉਹਨਾਂ ਦਾ ਕੀ ਕੁਝ ਹਾਲ ਕੀਤਾ? ਅਸੀਂ ਇਤਿਹਾਸ ਦੇ ਵਿੱਚ ਕੁਝ ਹੀ ਸਾਲ ਪਹਿਲਾਂ ਦੇਖਿਆ ਕਿ ਅਮਰੀਕਾ ਨੇ ਜਿਨ੍ਹਾਂ ਦੇਸ਼ਾਂ ਦੇ ਕੋਲ ਨਿਊਕਲੀਅਰ ਹਥਿਆਰ ਨਹੀਂ, ਜਦੋਂ ਉਹਨਾਂ ਦੇ ਨਾਲ ਜੰਗਾਂ ਲੜੀਆਂ, ਅਮਰੀਕਾ ਨੇ ਉਹਨਾਂ ਨੂੰ ਖਤਮ ਕਰਨ ਦੇ ਕੰਢੇ ਉੱਤੇ ਲਿਆ ਦਿੱਤਾ ਸੀ। ਅਜਿਹੇ ਮਾਮਲੇ ਦੇ ਵਿੱਚ ਜਿਸ ਵਿਰੋਧੀ ਦੇਸ਼ ਦੇ ਕੋਲ ਜੇਕਰ ਨਿਊਕਲੀਅਰ ਹਥਿਆਰ ਨਹੀਂ, ਤਾਂ ਆਪਣੇ ਦੇਸ਼ ਦੇ ਕੋਲ ਵੀ ਨਿਊਕਲੀਅਰ ਹਥਿਆਰ ਹੋਣ ਦੇ ਨਾਲ ਸਰਹੱਦਾਂ ਸੁਰੱਖਿਅਤ ਹੋ ਜਾਂਦੀਆਂ ਨੇ। ਅਜਿਹਾ ਮਾਹਿਰਾਂ ਦਾ ਵੀ ਕਹਿਣਾ। ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਜਿਹੜਾ ਰੇਗਨ ਸੀਗਾ, ਉਹਨੇ ਜਾ ਕੇ ਰੂਸ ਦੇ ਨਾਲ ਸਾਲਟ ਟਰੀਟੀਜ਼ ਕੀਤੀਆਂ ਸੀਗੀਆਂ, ਜਿਹਦੇ ਵਿੱਚ ਆਰਮਸ ਲਿਮਿਟੇਸ਼ਨ ਤੇ ਆਪਣੇ ਸ਼ਸਤਰ ਘਟਾਉਣ ਦੇ, ਲਗਾਤਾਰ ਫੋਨ ਤੇ ਇੱਕ ਦੂਜੇ ਨਾਲ ਗੱਲ ਕਰਦੇ ਸੀਗੇ। ਮਾਹੌਲ ਇਹੋ ਜਿਹਾ ਭਖਣ ਨਹੀਂ ਸੀ ਦਿੰਦੇ ਜਿਹਦੇ ਨਾਲ ਨਿਊਕਲੀਅਰ ਜੰਗ ਦਾ ਮਾਹੌਲ ਬਣ ਜੇ। ਕਦੀ ਵੀ ਜਾਣ ਕੇ ਇੱਕ ਦੂਜੇ ਦੇ ਉੱਤੇ ਮਿਸਾਈਲ ਸੁੱਟ ਦੇਣੇ ਤੇ ਗੱਲਾਂ ਨਾ ਕਰਨੀਆਂ ਤੇ ਰੁੱਸੇ ਰਹਿਣਾ, ਇਹ ਬਹੁਤ ਖਤਰਨਾਕ ਕੰਮ ਹੈਗਾ। ਜੇ ਅਮਰੀਕਾ ਨੇ ਆਪਣੇ ਬੰਬ ਘਟਾਏ ਹੈ, ਡੀਕਮਿਸ਼ਨ ਕੀਤੇ ਹੈ, ਰੂਸ ਨੇ ਡੀਕਮਿਸ਼ਨ ਕੀਤੇ ਹੈ, ਇਹ ਚੰਗੀਆਂ ਗੱਲਾਂ ਹੈ। ਜਿਹੜੀ TPNW ਟਰੀਟੀ ਹੈਗੀ ਹੈ, ਉਹਦੇ ਵਿੱਚ ਇਹੀ ਮੰਗ ਰੱਖੀ ਜਾ ਰਹੀ ਹੈ ਕਿ ਨਿਊਕਲੀਅਰ ਹਥਿਆਰਾਂ ਤੋਂ ਮੁਕਤ ਪੂਰਾ ਜਹਾਂ ਹੋਏ, ਔਰ ਉਹਦੇ ਵਿੱਚ 100-150 ਮੁਲਕਾਂ ਨੇ ਸਾਈਨ ਕੀਤੇ ਹੋਏ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹਾ ਭਾਰਤ ਵੀ ਕਰੇ, ਤਾਂ ਕਿ ਅਸੀਂ ਉਰੇ ਵਪਾਰ ਕਰ ਸਕੀਏ, ਆਪਣਾ
ਆਰਥਿਕਤਾ ਦਾ ਵਾਧਾ ਕਰ ਸਕੀਏ, ਨਾ ਕਿ ਅਸੀਂ ਇਹੋ ਜਿਹੀਆਂ ਜੰਗਾਂ 'ਚ ਪਈਏ। ਅਮਰੀਕਾ ਵਰਗੇ ਮੁਲਕ ਨੇ ਜਿਹੜੇ, ਚਲੋ ਮੰਨਦੇ ਆ ਕਿ ਕੁਝ ਸ਼ਕਤੀਆਂ ਇਸ ਗੱਲ ਦੇ ਉੱਤੇ ਸਹਿਮਤੀ ਭਰ ਲੈਣਗੀਆਂ, ਕੀ ਲੱਗਦਾ ਕਿ ਕਮਿਊਨਿਸਟ ਚੀਨ ਇਸ ਮਾਮਲੇ ਉੱਤੇ ਰਾਜੀ ਹੋਵੇਗਾ? ਜਦ ਕਮਿਊਨਿਸਟ ਚੀਨ ਨਾਲ ਕੋਈ ਵੀ ਗੱਲ ਨਹੀਂ ਸੀ ਕਰਦਾ, ਅਮਰੀਕਾ ਦੇ ਹੈਨਰੀ ਕਿਸਿੰਜਰ ਤੇ ਨਿਕਸਨ ਨੇ ਜਾ ਕੇ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ, ਉਹਨੂੰ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਵਪਾਰ 'ਚ ਲੈ ਕੇ ਆਏ, ਜਿਸ ਕਰਕੇ ਅਮਰੀਕਾ ਦਾ ਵੀ ਫਾਇਦਾ ਹੋਇਆ, ਚੀਨ ਦਾ ਵੀ ਫਾਇਦਾ ਹੋਇਆ। ਔਰ ਇਹ ਗੱਲਾਂ ਬਾਤਾਂ ਕਰਕੇ ਬਹੁਤ ਕੁਝ ਸੰਭਵ ਹੋ ਸਕਦਾ ਹੈਗਾ, ਜੋ ਕਿ ਇੱਕ ਫੋਰਨ ਮਿਨਿਸਟਰ ਦਾ ਕੰਮ ਹੈ। ਸੋ ਜੈ ਸ਼ੰਕਰ ਜੀ ਉਰੇ ਬੈਠੇ ਸਾਨੂੰ ਵੈਪਨਸ ਆਫ ਮੈਸ ਡਿਸਟਰਕਸ਼ਨ ਦੇ ਉੱਤੇ ਆਪਣੀਆਂ ਪ੍ਰਾਪਤੀਆਂ ਦਿਖਾ ਰਹੇ ਆ, ਜਿਹੜੇ ਭਾਰਤ ਦੇ ਵਿੱਚ ਕੋਈ ਟੈਰਰਿਜ਼ਮ ਹੁੰਦੀ ਹੈ ਜਾਂ ਉਹਦੇ ਉੱਤੇ ਕਰ ਰਹੇ ਆ, ਪਰ ਅਸਲ ਟੈਰਰਿਜ਼ਮ ਤਾਂ ਸਟੇਟਸ ਦੀ ਹੈ, ਕਿਉਂਕਿ ਅਸਲ ਸਾਧਨ ਇਹੋ ਜਿਹੇ ਹਥਿਆਰ ਬਣਾਉਣ ਦੇ ਸਟੇਟਸ ਦੇ ਹੈਗੇ। ਉਹ ਜਾ ਕੇ ਯੂਨਾਈਟਿਡ ਨੇਸ਼ਨ 'ਚ ਹੋਰ ਦੇਸ਼ਾਂ ਨਾਲ ਗੱਲ ਕਰੇ, ਇਹ ਘਟਾਉਣ ਦਾ ਖਤਰਾ ਘਟਾਉਣ ਦਾ ਕੰਮ ਕਰੇ, ਬੰਬ ਘਟਾਉਣ ਦਾ ਖਤਰਾ ਬੰਬ ਘਟਾਏ, ਔਰ ਗਾਹਾਂ ਨੂੰ ਅਸੀਂ ਇੱਕ ਦੂਜੇ ਦੇ ਉੱਤੇ ਬੰਬ ਸੁੱਟਣੀਏ ਨਾ, ਇਹੋ ਜਿਹੀਆਂ ਟਰੀਟੀਜ਼ ਦੇ ਉੱਤੇ ਕੰਮ ਕਰੇ, ਜਿਹੜਾ ਸਾਡੀ ਮੰਗ ਹੈ। ਚੀਨ ਦੇ ਨਾਲ ਮੰਨ ਲਓ ਜਿਸ ਤਰ੍ਹਾਂ ਦੇ ਤਣਾਅਪੂਰਨ ਹਾਲਾਤ ਭਾਰਤ ਦੇ ਰਹਿੰਦੇ ਨੇ ਸਰਹੱਦਾਂ ਦੇ ਉੱਤੇ, ਜੇਕਰ ਭਵਿੱਖ ਦੇ ਵਿੱਚ ਜੰਗ ਲੱਗਦੀ ਹੈ ਤਾਂ ਉਸ ਦੇ ਵਿੱਚ ਨਿਊਕਲੀਅਰ ਹਥਿਆਰ ਵਰਤੇ ਜਾਂਦੇ ਨੇ, ਤਾਂ ਪੰਜਾਬ ਕਿਵੇਂ ਨੁਕਸਾਨਿਆ ਜਾਂਦਾ? ਚੀਨ ਦੀਆਂ ਜਿਹੜੀਆਂ ਸਰਹੱਦਾਂ ਨੇ ਤਾਂ ਹੋਰ ਪਾਸੇ ਲੱਗਦੀਆਂ, ਨੇਪਾਲ ਵਾਲੇ ਬਾਰਡਰ ਵਾਲੇ ਪਾਸੇ, ਜਿਹੜੀਆਂ ਉੱਤਰਾਖੰਡ ਵਾਲੇ ਪਾਸੇ ਲੱਗਦੀਆਂ। ਜਦ ਤੁਸੀਂ ਨਿਊਕਲੀਅਰ ਬੰਬਾਂ ਦੀ ਗੱਲ ਕਰਦੇ ਹੈਗੇ ਹੋ, ਇਹਦੀ ਕੋਈ ਸੀਮਤ ਥਾਂ ਦੇ ਵਿੱਚ ਇਹਦਾ ਅਸਰ ਨਹੀਂ ਪੈਂਦਾ ਹੈਗਾ। ਜੇ ਦਿੱਲੀ ਨੂੰ ਵੀ ਬੰਬ ਮਾਰ ਦੇਣ ਤੇ ਇੱਥੋਂ ਬਰਸਾਤਾਂ ਦੀ ਹਵਾ ਉੱਥੋਂ ਲੈ ਕੇ ਆ ਜਾਣ ਇੱਧਰ, ਸਾਡੀ ਜੰਪਾਲ ਨੂੰ ਖਤਰਾ ਪੈ ਜਾਂਦਾ ਹੈ, ਉਹਦੇ ਵਿੱਚ ਨਿਊਕਲੀਅਰ ਰੇਡੀਏਸ਼ਨ ਆ ਜਾਂਦੀ ਹੈ, ਜੈਨੇਟਿਕਸ 'ਚ ਫਰਕ ਪੈ ਜਾਂਦਾ ਹੈਗਾ। ਸਾਡੀ ਲੁਧਿਆਣਾ ਇੱਕ ਅਹਿਮ ਸਿਟੀ ਹੈ, ਉਹਨੂੰ ਬਰਬਾਦ ਕਰਨ ਵਾਸਤੇ ਚੀਨ ਇੱਥੇ ਵੀ ਬੰਬ ਸੁੱਟ ਸਕਦਾ ਹੈਗਾ। ਔਰ ਇਸ ਤਰ੍ਹਾਂ ਦੇ ਜਿਹੜੇ ਟਾਰਗੇਟ ਹੈ, ਤੇ ਤੁਸੀਂ ਇਹ ਵੀ ਦੇਖੋ ਜਿਹੜੀ ਆਰਮੀ ਹੈ ਸਭ ਤੋਂ ਜ਼ਿਆਦਾ ਪੰਜਾਬ 'ਚ ਬੈਠੀ ਹੈ। ਜੇ ਉਹਨਾਂ ਨੇ ਬੰਬਾਂ ਰਾਹੀਂ ਆਰਮੀ ਨੂੰ ਖਤਮ ਕਰਨਾ ਹੈ ਤਾਂ ਇੱਥੇ ਹੀ ਪੰਜਾਬ ਦੇ ਵਿੱਚ ਹੀ ਸੁੱਟੂਗਾ ਉਹ ਗੋਲੇ। ਜੇਕਰ ਸਟੇਟਾਂ ਦੇ ਕੋਲ ਵੱਧ ਜਿਵੇਂ ਅਧਿਕਾਰ ਨੇ, ਜਾਂ ਜਿਵੇਂ ਕੇਂਦਰ ਦੇ ਕੋਲ ਵੱਧ ਅਧਿਕਾਰ ਨੇ, ਤਾਂ ਕੀ ਲੱਗਦਾ ਹੈ ਕਿ ਜਿਹੜੇ ਨਿਊਕਲੀਅਰ ਹਥਿਆਰ ਨੇ ਉਹਨਾਂ ਨੂੰ ਕੋਈ ਹੋਰ ਢੰਗਾਂ ਨਾਲ ਵੀ ਵਰਤਿਆ ਜਾਂਦਾ? ਜਿਵੇਂ ਤੁਸੀਂ ਕਿਹਾ ਕਿ ਜੈਨੇਟਿਕ ਬਦਲੇ ਜਾਂਦੇ ਨੇ, ਬੜੇ ਮਾਮੂਲੀ ਜੇ ਉਹਨਾਂ ਦੀ ਮਾਤਰਾ ਯੂਜ਼ ਕਰਨ ਦੇ ਨਾਲ ਵੀ ਬੜਾ ਵੱਡਾ ਜਿਹੜਾ ਨੁਕਸਾਨ ਉਹ ਕੀਤਾ ਜਾ ਸਕਦਾ, ਪਾਣੀਆਂ ਦੇ ਵਿੱਚ ਰਲਾ ਕੇ ਕੀਤਾ ਜਾ ਸਕਦਾ, ਧਰਤੀਆਂ ਖਾਦਾਂ ਰਾਹੀਂ ਰਲਾ ਕੇ ਵੀ ਇੱਕ ਵੱਡਾ ਜਿਹੜਾ ਨੁਕਸਾਨ ਹੈ ਉਹ ਵੀ ਉਹਨਾਂ ਦਾ ਕੀਤਾ ਜਾ ਸਕਦਾ। ਤਾਂ ਜਿਵੇਂ ਭਾਰਤ ਦੇ ਵਿੱਚ ਖੁਦ ਮੁਖਤਿਆਰੀ ਦੀ ਵੀ ਗੱਲਾਂ ਚੱਲਦੀਆਂ ਨੇ, ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਵੀ ਗੱਲਾਂ ਚੱਲਦੀਆਂ ਨੇ, ਜਿਸ ਢੰਗ ਦੇ ਨਾਲ ਭਾਰਤ ਦੇ ਵਿੱਚ ਇਹਨਾਂ ਹਥਿਆਰਾਂ ਦੀ ਭਰਮਾਰ ਹੋ ਰਹੀ ਹੈ, ਕੀ ਲੱਗਦਾ ਕਿ ਇਹਨਾਂ ਨੂੰ ਉਹਨਾਂ ਸਟੇਟਾਂ ਦੇ ਖਿਲਾਫ ਵੀ ਵਰਤਿਆ ਜਾ ਸਕਦਾ ਜਿਹੜੀਆਂ ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਦੀਆਂ? ਵੈਸੇ ਮਾਲਵੇ ਦੇ ਵਿੱਚ ਕੁਦਰਤੀ ਤੌਰ ਤੇ ਕਹਿੰਦੇ ਆ ਕਿ ਜਿਹੜਾ ਹੈਵੀ ਮੈਟਲਸ ਤੇ ਰੇਡੀਓ ਐਕਟਿਵ ਸਬਸਟੈਂਸਸ ਉਹ ਧਰਤੀ 'ਚ ਹੈਗੇ ਆ, ਕਿੱਥੋਂ ਇਹ ਆਏ ਆ, ਕਿਵੇਂ ਆਏ ਆ, ਇਹ ਸੋਚਣ ਵਾਲੀ ਗੱਲ ਹੈ। ਪਰ ਅਸੀਂ ਕੈਂਸਰ ਬੈਲਟ ਬਣੇ ਹੋਏ ਆ, ਔਰ ਇਹ ਇਹੋ ਜਿਹਾ ਕੰਮ ਹੋਣਾ ਮੇਰਾ ਖਿਆਲ ਸੰਭਵ ਤਾਂ ਹੋ ਸਕਦਾ ਹੈ, ਉਹਦੇ ਲਈ ਅਸੀਂ ਚਿੰਤਕ ਹੈਗੇ। ਪਰ ਜਿਹੜਾ ਜੰਗ ਰਾਹੀਂ ਨੁਕਸਾਨ ਹੋ ਸਕਦਾ ਹੈਗਾ ਉਹ ਤਾਂ ਖੁੱਲ੍ਹੇ ਤੇ ਸ਼ਰੇਆਮ ਹੈ, ਤੇ ਉਹਦੇ ਬਾਰੇ ਅਸੀਂ ਅੱਜ ਪ੍ਰੇਰਿਤ ਕਰਨ ਆਏ ਹਾਂ। ਜੰਗਾਂ ਦਾ ਜਿਹੜਾ ਵਿਰੋਧ ਹੈ ਜਾਂ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਵਿਰੋਧ ਹੈ, ਉਸ ਗੱਲ ਦੇ ਉੱਤੇ ਬਾਕੀ ਪਾਰਟੀਆਂ ਨੂੰ ਕੀ ਹੈ ਲੈ ਕੇ ਚੱਲੋਗੇ ਨਾਲ? ਉਹਨਾਂ ਨੂੰ ਵੀ ਪਹੁੰਚ ਕਰ ਰਹੇ ਹੋ ਕਿ ਉਹ ਵੀ ਤੁਹਾਡੀ ਇਸ ਮੁਹਿੰਮ ਦੇ ਹਿੱਸਾ ਬਣਨ, ਜਾਂ ਵੱਡੇ ਪੱਧਰ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ? ਅਸੀਂ ਹੁਣ ਮੀਡੀਆ ਰਾਹੀਂ ਪੰਜਾਬ ਦੇ ਵਾਸੀਆਂ ਨੂੰ ਇਸ ਮੁੱਦੇ ਤੇ ਪ੍ਰੇਰਿਤ ਕਰ ਰਹੇ ਹਾਂ, ਔਰ ਸਾਨੂੰ ਆਸ ਹੈ ਕਿ ਜਦ ਪੰਜਾਬ ਦਾ ਵੋਟਰ ਜਾਗਰੂਕ ਹੋ ਜਾਊਗਾ ਇਸ ਮੁੱਦੇ ਤੇ, ਉਹਨੇ ਫਿਰ ਆਪਣੇ ਸਿਆਸਤਦਾਨਾਂ ਨੂੰ ਪੁੱਛਣਾ ਹੈਗਾ ਕਿ ਇਹਦੇ ਉੱਤੇ ਤੁਸੀਂ ਕੀ ਕਰ ਰਹੇ ਹੈਗੇ ਹੋ, ਔਰ ਇਹ ਪੰਜਾਬ ਵਾਸਤੇ ਇੱਕ ਅਹਿਮ ਮੁੱਦਾ ਹੈ, ਤੇ ਇਸ ਲਈ ਅਸੀਂ ਇਹਨੂੰ ਚੱਕ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਤਾਂ ਨਿਊਕਲੀਅਰ ਹਥਿਆਰਾਂ ਦਾ ਮਸਲਾ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੱਕਿਆ ਗਿਆ। ਤਾਂ ਨਵੀਂ ਦੁਨੀਆ ਦੇ ਵਿੱਚ ਜਿਹੜੇ ਨਵੇਂ ਹਥਿਆਰ ਨੇ ਤਾਂ ਉਹ ਬੜੇ ਭਿਆਨਕ ਨੇ, ਤੇ ਇਹਨਾਂ ਦੇ ਸਿੱਟੇ ਵੀ ਬੜੇ ਭਿਆਨਕ ਨਿਕਲਦੇ ਨੇ। ਆਮ ਲੋਕਾਂ ਦੀ ਜਾਣਕਾਰੀ ਦੇ ਵਿੱਚ ਵੀ ਨਹੀਂ ਕਿ ਇਹਨਾਂ ਨੂੰ ਕਿਸ ਢੰਗ ਦੇ ਨਾਲ ਕਿੱਥੇ ਕਿੱਥੇ ਵਰਤਿਆ ਜਾ ਸਕਦਾ, ਤੇ ਇਹਨਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਨਤੀਜੇ ਨੇ ਉਹ ਭੁਗਤਣੇ ਪੈ ਸਕਦੇ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗੱਲ ਦੀ ਮੰਗ ਕਰਦਾ ਹੈ ਕਿ ਜਿਹੜੀਆਂ ਪਾਲਿਸੀਆਂ ਨੇ ਇਹ ਵਿਚਾਰਨਯੋਗ ਨੇ, ਮੁੜ ਵਿਚਾਰਨਯੋਗ ਨੇ, ਇਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਮਝੌਤੇ ਕਰਨ ਦੀ ਲੋੜ ਹੈ ਤਾਂ ਜੋ ਦੁਨੀਆ ਨਿਊਕਲੀਅਰ ਹਥਿਆਰਾਂ ਤੋਂ ਮੁਕਤ ਹੋ ਸਕੇ। ਤਾਂ ਬਣੇ ਰਹੋ ਪੰਜਾਬ KTV ਦੇ ਨਾਲ। ਕੈਮਰਾਮੈਨ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਮਨਦੀਪ ਸਿੰਘ।